प्यारे बच्चों सत श्री अकाल। मैं बिक्रमजीत ਸਿੰਘ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚੁੰਨੀ ਕਲਾਂ ਵਿੱਚ ਐਗਰੀਕਲਚਰ ਦਾ ਵਿਸ਼ਾ ਪੜ੍ਹਾਉਂਦਾ ਹਾਂ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਸੀਡ ਸਿਲੈਕਸ਼ਨ ਐਂਡ ਸੀਡ ਪ੍ਰੋਡਕਸ਼ਨ, ਮਤਲਬ ਕਿ ਬੀਜਾਂ ਦੀ ਚੋਣ ਅਤੇ ਬੀਜ ਉਤਪਾਦਨ, ਜੋ ਕਿ 9ਵੀਂ ਜਮਾਤ ਦੀ ਕਿਤਾਬ ਵਿੱਚ ਯੂਨਿਟ 2 ਵਿੱਚ ਹੈ। ਵਾਟ ਇਜ਼ ਸੀਡ? ਸੀਡ ਕੀ ਹੈ? ਸੀਡ ਇੱਕ ਮੁੱਢਲੀ ਜ਼ਰੂਰਤ ਹੈ ਖੇਤੀ ਕਰਨ ਲਈ। ਅਸੀਂ ਚਾਹੇ ਸਬਜ਼ੀਆਂ ਦੀ ਪੈਦਾਵਾਰ ਕਰਨੀ ਹੈ, ਚਾਹੇ ਫੁੱਲਾਂ ਦੀ ਪੈਦਾਵਾਰ ਕਰਨੀ ਹੈ, ਤਾਂ ਸਾਨੂੰ ਸਭ ਤੋਂ ਪਹਿਲਾਂ ਜੋ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਹੈ ਬੀਜ। ਬੀਜ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਸੀਡ ਕੋਟ ਜਾਂ ਫਿਰ ਸੀਡ ਦੀ ਬਾਹਰਲੀ ਪਰਤ। ਇਹ ਬੀਜ ਨੂੰ ਕਿਸੇ ਵੀ ਬਾਹਰੀ ਹਮਲੇ ਤੋਂ ਜਾਂ ਬਾਹਰੀ ਨੁਕਸਾਨ ਤੋਂ ਬਚਾ ਕੇ ਰੱਖਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਐਂਡੋਸਪਰਮ। ਐਂਡੋਸਪਰਮ ਇੱਕ ਸਟੋਰੇਜ ਦਾ ਕੰਮ ਕਰਦਾ ਹੈ, ਜੋ ਕਿ ਬੀਜ ਨੂੰ ਭੋਜਨ ਪ੍ਰਦਾਨ ਕਰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਜੋ ਤੀਜਾ ਹਿੱਸਾ ਹੈ ਉਹ ਹੈ ਪਲਿਊਮਲ, ਜਿਸ ਵਿੱਚੋਂ ਜੋ ਬੀਜ ਦੀ ਬਾਹਰਲਾ ਹਿੱਸਾ ਹੁੰਦਾ ਹੈ, ਜਦੋਂ ਬੀਜ ਫੁੱਟ ਜਾਂਦਾ ਹੈ ਤਾਂ ਉਸ ਵਿੱਚੋਂ ਪੱਤੀਆਂ ਨਿਕਲਦੀਆਂ ਨੇ ਜਾਂ ਫਿਰ ਛੋਟੀ ਜਿਹੀ ਇੱਕ ਬਰੀਕ ਜਿਹੀ ਡੰਡੀ ਨਿਕਲਦੀ ਹੈ, ਜਿਸ ਨੂੰ ਪਲਿਊਮਲ ਕਿਹਾ ਜਾਂਦਾ ਹੈ। ਚੌਥਾ ਜੋ ਸਾਡੇ ਕੋਲ ਹਿੱਸਾ ਹੈ ਉਹ ਹੈ ਰੈਡੀਕਲ। ਰੈਡੀਕਲ ਜਦੋਂ ਬੀਜ ਫੁੱਟਦਾ ਹੈ ਉਸ ਵਿੱਚੋਂ ਜੋ ਵੀ ਛੋਟੀਆਂ ਛੋਟੀਆਂ ਜੜ੍ਹਾਂ ਨਿਕਲਦੀਆਂ ਹਨ ਉਸ ਨੂੰ ਰੈਡੀਕਲ ਜਾਂ ਫਿਰ ਰੂਟਸ ਕਿਹਾ ਜਾਂਦਾ ਹੈ। ਅੱਗੇ ਹੈ ਸਾਡੇ ਕੋਲ ਸੀਡ ਕੁਆਲਿਟੀ ਪੈਰਾਮੀਟਰ, ਕਿ ਚੰਗੇ ਬੀਜ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਹੈ ਜੈਨੇਟਿਕਲੀ ਪਿਓਰ। ਜੋ ਵੀ ਅਸੀਂ ਬਾਜ਼ਾਰ ਵਿੱਚੋਂ ਬੀਜ ਖਰੀਦਦੇ ਹਾਂ ਉਹ ਜੈਨੇਟਿਕਲੀ ਪਿਓਰ ਹੋਣਾ ਚਾਹੀਦਾ ਹੈ। ਉਸ ਵਿੱਚ ਹੋਰ ਕਿਸਮ ਦੇ ਬੀਜਾਂ ਦੇ ਜੀਨ ਨਹੀਂ ਹੋਣੇ ਚਾਹੀਦੇ। ਉਸ ਤੋਂ ਬਾਅਦ ਜੋ ਬੀਜ ਹੈ ਉਸ ਦੇ ਵਿੱਚ ਮੋਇਸਚਰ ਕੰਟੈਂਟ ਹੈ, ਜੋ ਪਾਣੀ ਦੀ ਮਾਤਰਾ ਹੈ ਉਹ ਸਹੀ ਹੋਣੀ ਚਾਹੀਦੀ ਹੈ। ਤੀਜਾ ਪੁਆਇੰਟ ਹੈ ਸਾਡੇ ਕੋਲ ਬੀਜ ਹੈ ਜੋ ਉਹ ਕਿਸੇ ਵੀ ਤਰ੍ਹਾਂ ਦੇ ਘਾਹ ਫੂਸ ਤੋਂ ਜਾਂ ਫਿਰ ਕਿਸੇ ਹੋਰ ਕਿਸਮ ਦੇ ਬੀਜ ਤੋਂ ਮਿਕਸ ਨਹੀਂ ਹੋਣਾ ਚਾਹੀਦਾ। ਉਹ ਬਿਲਕੁਲ ਪਿਓਰ ਹੋਣਾ ਚਾਹੀਦਾ ਹੈ। ਅਤੇ ਬੀਜ ਹੈ ਜੋ ਉਹ ਬਿਲਕੁਲ ਵੀ ਡੈਮੇਜ ਨਹੀਂ ਹੋਣਾ ਚਾਹੀਦਾ, ਕਿਸੇ ਵੀ ਹਿੱਸੇ ਤੋਂ ਉਹ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ। ਅੱਗੇ ਹੈ ਸਾਡੇ ਕੋਲ ਸੀਡ ਪ੍ਰੋਡਕਸ਼ਨ ਏਜੰਸੀਜ਼, ਕਿ ਕਿਹੜੀਆਂ ਕਿਹੜੀਆਂ ਆਪਣੇ ਕੋਲ ਏਜੰਸੀਆਂ ਹਨ ਜੋ ਕਿ ਬੀਜ ਦੀ ਉਤਪਾਦਨ ਕਰਦੀਆਂ ਹਨ। ਸਾਡੇ ਕੋਲ ਸਭ ਤੋਂ ਪਹਿਲੇ ਨੰਬਰ 'ਤੇ ਜੋ ਇੰਡੀਆ ਦੇ ਵਿੱਚ ਬੀਜ ਉਤਪਾਦਨ ਦੇ ਵਿੱਚ ਏਜੰਸੀ ਹੈ ਉਹ ਹੈ ICAR, ਜਿਸ ਨੂੰ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਵੀ ਕਿਹਾ ਜਾਂਦਾ ਹੈ, ਜੋ ਕਿ ਭਾਰਤ ਵਿੱਚ ਜੋ ਵੀ ਸਰਕਾਰੀ ਖੇਤੀਬਾੜੀ ਦੀਆਂ ਯੂਨੀਵਰਸਿਟੀਆਂ ਹਨ ਉਸ ਨੂੰ ਡੀਲ ਕਰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈ ਅਦਾਰਾ ਸਟੇਟ ਐਗਰੀਕਲਚਰ ਯੂਨੀਵਰਸਿਟੀਜ਼। ਹਰੇਕ ਸਟੇਟ ਦੇ ਵਿੱਚ ਆਪਣੀਆਂ ਸਰਕਾਰੀ ਖੇਤੀਬਾੜੀ ਦੀਆਂ ਯੂਨੀਵਰਸਿਟੀਆਂ ਹੁੰਦੀਆਂ ਹਨ, ਜਿਵੇਂ ਕਿ ਪੰਜਾਬ ਦੇ ਵਿੱਚ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। ਉਸ ਤੋਂ ਬਾਅਦ ਸਾਡੇ ਕੋਲ ਹੈ ਨੈਸ਼ਨਲ ਸੀਡ ਕਾਰਪੋਰੇਸ਼ਨ, ਸਟੇਟ ਸੀਡ ਕਾਰਪੋਰੇਸ਼ਨ, ਸਟੇਟ ਫਾਰਮ ਕਾਰਪੋਰੇਸ਼ਨ ਆਫ ਇੰਡੀਆ, ਕ੍ਰਿਸ਼ੀ ਵਿਗਿਆਨ ਕੇਂਦਰ, ਜਿਸ ਨੂੰ KVK ਸੈਂਟਰ ਵੀ ਕਿਹਾ ਜਾਂਦਾ ਹੈ, ਜੋ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ। ਰੋਲ ਆਫ ਪ੍ਰਾਈਵੇਟ ਸੀਡ ਸੈਕਟਰ, ਪ੍ਰਾਈਵੇਟ ਜੋ ਕੰਪਨੀਆਂ ਨੂੰ ਉਸ ਦਾ ਕੀ ਰੋਲ ਹੈ ਬੀਜ ਉਤਪਾਦਨ ਦੇ ਵਿੱਚ। ਜੋ ਪ੍ਰਾਈਵੇਟ ਕੰਪਨੀਆਂ ਨੇ ਇਹ ਇੱਕ ਚੰਗੇ ਬੀਜ ਤਿਆਰ ਕਰਦੀਆਂ ਹਨ, ਜਿਸ ਤੋਂ ਸਾਨੂੰ ਚੰਗੀ ਪੈਦਾਵਾਰ ਮਿਲਦੀ ਹੈ, ਜੋ ਕਿ ਹਾਈਬ੍ਰਿਡ ਬੀਜ ਹੁੰਦੇ ਹਨ। ਅਸੀਂ ਪੜ੍ਹਾਂਗੇ ਕਈ ਸਬਜ਼ੀਆਂ ਦੀ ਖਾਸੀਅਤ, ਜਿਵੇਂ ਕਿ ਸਭ ਤੋਂ ਪਹਿਲਾਂ ਹੈ ਸਾਡੇ ਕੋਲ ਟਮਾਟਰ। ਟਮਾਟਰ ਦੀਆਂ 2 ਕਿਸਮਾਂ ਹੁੰਦੀਆਂ ਹਨ, ਇੱਕ ਹੁੰਦਾ ਡਿਟਰਮੀਨੇਟ ਟਾਈਪ, ਇੱਕ ਹੁੰਦਾ ਇਨਡਿਟਰਮੀਨੇਟ ਟਾਈਪ। ਜੋ ਡਿਟਰਮੀਨੇਟ ਟਾਈਪ ਹੈ ਉਸ ਵਿੱਚ ਜੋ ਟਮਾਟਰ ਹੁੰਦਾ ਹੈ ਉਸ ਦੀ ਹਾਈਟ, ਉਸ ਦਾ ਕੱਦ ਕਾਫੀ ਛੋਟਾ ਹੁੰਦਾ ਹੈ, ਪਰ ਜੋ ਉਸ ਦੀ ਸਟੈਮ ਹੁੰਦੀ ਹੈ, ਜੋ ਉਸ ਦੀ ਤਣਾ ਹੁੰਦਾ ਹੈ ਉਹ ਕਾਫੀ ਮੋਟਾ ਹੁੰਦਾ ਹੈ। ਇਸ ਦੀਆਂ ਜੋ ਸਾਡੇ ਕੋਲ ਕਿਸਮਾਂ ਹਨ ਉਹ ਹੈ ਵਿਸ਼ਾਲੀ, ਰੂਪਾਲੀ, ਰਸ਼ਮੀ ਅਤੇ ਪੂਸਾ ਅਰਲੀ ਡਿਵੈਲਪ। ਦੂਜੀ ਜੋ ਸਾਡੇ ਕੋਲ ਕਿਸਮ ਹੈ ਇਸ ਦੀ ਉਹ ਹੈ ਇਨਡਿਟਰਮੀਨੇਟ ਟਾਈਪ। ਇਨਡਿਟਰਮੀਨੇਟ ਟਾਈਪ ਸਾਡੇ ਕੋਲ ਟਮਾਟਰ ਦੇ ਉਹ ਜਿਹੇ ਪੌਦੇ ਹੁੰਦੇ ਹਨ ਜੋ ਕਿ ਬੇਲਾਂ ਵਾਲੇ ਹੁੰਦੇ ਹਨ। ਇਹਨਾਂ ਦੀ ਜੋ ਸਟੈਮ ਹੁੰਦੀ ਹੈ ਕਾਫੀ ਪਤਲੀ ਹੁੰਦੀ ਹੈ ਅਤੇ ਕਮਜ਼ੋਰ ਹੁੰਦੀ ਹੈ। ਇਸ ਦੀਆਂ ਸਾਡੇ ਕੋਲ ਕਿਸਮਾਂ ਹਨ ਅਰਕਾ ਰਕਸ਼ਕ, ਅਰਕਾ ਮਗਾਲੀ, ਅਰਕਾ ਸਮਰਾਟ, ਅਰਕਾ ਸੌਰਭ ਅਤੇ ਅਰਕਾ ਸ਼ਿਸ਼ਤਾ। ਇਸ ਤੋਂ ਬਿਨਾਂ ਸਾਡੇ ਕੋਲ ਬਹੁਤ ਚੰਗੀ ਕਿਸਮ ਦੇ ਟਮਾਟਰ ਦੀਆਂ ਹਾਈਬ੍ਰਿਡ ਵਰਾਇਟੀਆਂ ਹਨ, ਜਿਵੇਂ ਕਿ ਪੂਸਾ ਰੂਬੀ, ਪੂਸਾ ਸਦਾਬਹਾਰ, ਪੰਜਾਬ ਛੁਹਾਰਾ ਅਤੇ ਪੂਸਾ ਹਾਈਬ੍ਰਿਡ 1, ਪੂਸਾ ਹਾਈਬ੍ਰਿਡ 2 ਅਤੇ ਵਿਸ਼ਾਲੀ। ਸਾਡੇ ਕੋਲ ਜੋ ਦੂਜੀ ਸਬਜ਼ੀ ਹੈ ਉਹ ਹੈ ਬ੍ਰਿੰਜਲ, ਜਿਸ ਨੂੰ ਐਗ ਪਲਾਂਟ ਵੀ ਕਿਹਾ ਜਾਂਦਾ ਹੈ ਅਤੇ ਪੰਜਾਬੀ ਵਿੱਚ ਇਸ ਨੂੰ ਬੈਂਗਣ ਵੀ ਕਿਹਾ ਜਾਂਦਾ ਹੈ। ਬੈਂਗਣ ਦੀਆਂ ਸਾਡੇ ਕੋਲ 3 ਕਿਸਮਾਂ ਹੁੰਦੀਆਂ ਹਨ। ਸਭ ਤੋਂ ਪਹਿਲੀ ਜੋ ਕਿਸਮ ਹੈ ਉਹ ਹੈ ਰਾਊਂਡ ਫਰੂਟ, ਜੋ ਕਿ ਬਿਲਕੁਲ ਗੋਲ ਹੁੰਦਾ ਹੈ। ਇਸ ਦੀਆਂ ਸਾਡੇ ਕੋਲ ਜੋ ਵਰਾਇਟੀਆਂ ਹਨ ਉਹ ਹਨ ਪੂਸਾ ਹਾਈਬ੍ਰਿਡ 6, ਪੂਸਾ ਹਾਈਬ੍ਰਿਡ 9, ਪੂਸਾ ਉਪਕਾਰ ਅਤੇ ਅਰਕਾ ਕੁਸੁਮਾਕਰ। ਉਸ ਤੋਂ ਬਾਅਦ ਸਾਡੇ ਕੋਲ ਜੋ ਇਸ ਦੀ ਵਰਾਇਟੀ ਹੈ ਉਹ ਹੈ ਲੌਂਗ ਫਰੂਟ, ਜਿਸ ਵਿੱਚ ਇਹਦੀਆਂ ਕਿਸਮਾਂ ਹਨ ਪੂਸਾ ਭੈਰਵ, ਪੂਸਾ ਹਾਈਬ੍ਰਿਡ 5, ਪੂਸਾ ਕ੍ਰਾਂਤੀ ਅਤੇ ਪੂਸਾ ਪਰਪਲ ਕਲਸਟਰ। ਸਾਡੇ ਕੋਲ ਜੋ ਤੀਜੀ ਕਿਸਮ ਹੈ ਉਹ ਹੈ ਸਮਾਲ ਐਂਡ ਓਵਲ ਫਰੂਟ, ਜਿਸ ਦਾ ਜੋ ਫਰੂਟ ਹੁੰਦਾ ਹੈ, ਜੋ ਫਲ ਹੁੰਦਾ ਹੈ ਉਹ ਕਾਫੀ ਛੋਟਾ ਹੁੰਦਾ ਹੈ ਅਤੇ ਆਂਡੇ ਦੇ ਆਕਾਰ ਦਾ ਹੁੰਦਾ ਹੈ।
ਇਸ ਦੀਆਂ ਜੋ ਕਿਸਮਾਂ ਹਨ ਉਹ ਹਨ ਅਰਕਾ ਨਵਨੀਤ, ਪੂਸਾ ਉੱਤਮ ਅਤੇ ਪੂਸਾ ਬਿੰਦੂ। ਉਸ ਤੋਂ ਬਾਅਦ ਸਾਡੇ ਕੋਲ ਸਬਜ਼ੀ ਹੈ ਚਿੱਲੀ, ਜਿਸ ਨੂੰ ਹਰੀ ਮਿਰਚ ਜਾਂ ਫਿਰ ਸਾਡੇ ਕੋਲ ਸਬਜ਼ੀ ਵਾਲੀ ਮਿਰਚ ਹੁੰਦੀ ਹੈ ਸਵੀਟ ਪੇਪਰ, ਜਿਸ ਨੂੰ ਬੈਲ ਪੇਪਰ ਜਾਂ ਫਿਰ ਸ਼ਿਮਲਾ ਮਿਰਚ ਵੀ ਕਿਹਾ ਜਾਂਦਾ ਹੈ। ਜੋ ਸਾਡੇ ਕੋਲ ਹਰੀ ਮਿਰਚ ਹੁੰਦੀ ਹੈ ਉਸ ਦੀਆਂ ਜੋ ਕਿਸਮਾਂ ਹਨ ਪੂਸਾ ਸਦਾਬਹਾਰ, ਪੂਸਾ ਜਵਾਲਾ ਅਤੇ ਆਂਧਰਾ ਜੋਤੀ। ਜੋ ਸਵੀਟ ਪੇਪਰ ਮਤਲਬ ਕਿ ਬੈਲ ਪੇਪਰ ਜਾਂ ਫਿਰ ਸ਼ਿਮਲਾ ਮਿਰਚ ਹੁੰਦੀ ਹੈ ਉਸ ਦੀਆਂ ਜੋ ਸਾਡੇ ਕੋਲ ਕਿਸਮਾਂ ਹਨ ਉਹ ਹਨ ਕੈਲੀਫੋਰਨੀਆ ਵੰਡਰ, ਯੋਲੋ ਵੰਡਰ, ਅਰਕਾ ਮੋਹਿਨੀ, ਅਰਕਾ ਗੌਰਵ ਅਤੇ ਕਿੰਗ ਆਫ ਨੌਰਥ। ਉਸ ਤੋਂ ਬਾਅਦ ਸਾਡੇ ਕੋਲ ਜੋ ਫਸਲ ਹੈ ਉਹ ਹੈ ਪੋਟੈਟੋ, ਜਿਸ ਨੂੰ ਆਲੂ ਕਿਹਾ ਜਾਂਦਾ ਹੈ। ਆਲੂ ਨੂੰ ਅਸੀਂ ਮੌਸਮ ਦੇ ਹਿਸਾਬ ਨਾਲ ਗਰੋ ਕਰ ਸਕਦੇ ਹਾਂ। ਇਸ ਦੀ ਅਸੀਂ ਅਗੇਤੀ ਅਤੇ ਪਛੇਤੀ ਫਸਲ ਲੈ ਸਕਦੇ ਹਾਂ। ਅਗੇਤੀਆਂ ਜੋ ਵਰਾਇਟੀਆਂ ਹਨ ਉਹ ਹਨ ਕੁਫਰੀ ਅਸ਼ੋਕਾ, ਕੁਫਰੀ ਚੰਦਰਮੁਖੀ ਅਤੇ ਕੁਫਰੀ ਸੂਰੀਆ। ਜੋ ਇਸ ਦੀਆਂ ਪਛੇਤੀਆਂ ਕਿਸਮਾਂ ਹਨ ਉਹ ਹੈ ਕੁਫਰੀ ਸਵਰਨਾ ਅਤੇ ਕੁਫਰੀ ਸੰਦੂਰੀ। ਕੁਫਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਿਮਲੇ ਦਾ ਇੱਕ ਸ਼ਹਿਰ ਹੈ ਜਿਸ ਨੂੰ ਕੁਫਰੀ ਕਿਹਾ ਜਾਂਦਾ ਹੈ। ਉੱਥੇ CPRI ਸੈਂਟਰਲ ਪੋਟੈਟੋ ਰਿਸਰਚ ਇੰਸਟੀਟਿਊਟ ਹੈ ਜੋ ਕਿ ਆਲੂ ਦੀਆਂ ਵੱਖ-ਵੱਖ ਚੰਗੀ ਕਿਸਮ ਦੀਆਂ ਵਰਾਇਟੀਆਂ ਤਿਆਰ ਕਰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਪੁਆਇੰਟ ਹੈ ਸੀਡ ਰੇਟ, ਭਾਵ ਸਾਨੂੰ 1 ਏਕੜ ਜਾਂ ਫਿਰ 1 ਹੈਕਟੇਅਰ ਦੇ ਵਿੱਚੋਂ ਕਿੰਨੇ ਬੀਜ ਦੀ ਲੋੜ ਪੈਂਦੀ ਹੈ। 1 ਹੈਕਟੇਅਰ ਦੇ ਵਿੱਚ 2.4 ਏਕੜ ਜ਼ਮੀਨ ਹੁੰਦੀ ਹੈ, ਭਾਵ 1 ਹੈਕਟੇਅਰ ਦੇ ਵਿੱਚ 2.5 ਕਿੱਲੇ ਜ਼ਮੀਨ ਹੁੰਦੀ ਹੈ। ਅਸੀਂ ਸੋਲਨੇਸੀਆ ਫੈਮਿਲੀ ਦੀਆਂ ਸਬਜ਼ੀਆਂ ਦੇ ਸੀਡ ਰੇਟ ਪੜ੍ਹ ਰਹੇ ਹਾਂ। ਸੋਲਨੇਸੀਆ ਫੈਮਿਲੀ ਵਿੱਚ ਟਮਾਟਰ, ਬੈਂਗਣ, ਮਿਰਚ ਅਤੇ ਆਲੂ ਆਉਂਦੇ ਹਨ। ਟਮਾਟਰ ਦਾ ਜੋ ਸਾਨੂੰ 1 ਹੈਕਟੇਅਰ ਦੇ ਵਿੱਚ ਜਾਂ ਫਿਰ 2.5 ਕਿੱਲਿਆਂ ਦੇ ਵਿੱਚ ਜੋ ਬੀਜ ਚਾਹੀਦਾ ਹੈ ਉਹ ਹੈ 400 ਤੋਂ ਲੈ ਕੇ 500 ਗ੍ਰਾਮ। ਜੋ ਹਾਈਬ੍ਰਿਡ ਬੀਜ ਹੈ ਉਹ ਹੈ 100 ਤੋਂ ਲੈ ਕੇ 150 ਗ੍ਰਾਮ ਸੀਡ 1 ਹੈਕਟੇਅਰ ਦੇ ਵਿੱਚ। ਬਰਿੰਜਲ ਦਾ ਜੋ ਸਾਨੂੰ ਬੈਂਗਣ ਦਾ ਜੋ ਸਾਨੂੰ ਸੀਡ ਚਾਹੀਦਾ ਹੈ ਉਹ ਵੀ 400 ਤੋਂ ਲੈ ਕੇ 500 ਗ੍ਰਾਮ ਪਰ ਹੈਕਟੇਅਰ ਚਾਹੀਦਾ ਹੈ, ਅਤੇ ਇਸ ਦਾ ਜੋ ਹਾਈਬ੍ਰਿਡ ਸੀਡ ਹੈ ਉਹ ਹੈ 150 ਤੋਂ ਲੈ ਕੇ 200 ਗ੍ਰਾਮ ਪਰ ਹੈਕਟੇਅਰ। ਚਿੱਲੀ ਦਾ ਜੋ ਸਾਨੂੰ ਹਰੀ ਮਿਰਚ ਦਾ ਜੋ ਸਾਨੂੰ ਬੀਜ ਦੀ ਲੋੜ ਪੈਂਦੀ ਹੈ ਉਹ ਹੈ 1 ਕਿੱਲੋ ਤੋਂ ਲੈ ਕੇ 1250 ਗ੍ਰਾਮ ਪਰ ਹੈਕਟੇਅਰ। ਜੇ ਤੁਸੀਂ ਹਾਈਬ੍ਰਿਡ ਬੀਜ ਦੀ ਵਰਤੋਂ ਕਰ ਰਹੇ ਹੋ ਤਾਂ ਉਸ ਦੀ ਤੁਸੀਂ 200 ਤੋਂ ਲੈ ਕੇ 250 ਗ੍ਰਾਮ ਪਰ ਹੈਕਟੇਅਰ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ। ਇਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਸਵੀਟ ਪੇਪਰ ਜਾਂ ਫਿਰ ਸ਼ਿਮਲਾ ਮਿਰਚ, ਜਿਸ ਦਾ ਸਾਨੂੰ 750 ਤੋਂ ਲੈ ਕੇ 800 ਗ੍ਰਾਮ ਪਰ ਹੈਕਟੇਅਰ ਬੀਜ ਦੀ ਲੋੜ ਪੈਂਦੀ ਹੈ। ਹਾਈਬ੍ਰਿਡ ਬੀਜ ਦੀ ਲੋੜ 200 ਤੋਂ ਲੈ ਕੇ 250 ਗ੍ਰਾਮ ਤੱਕ ਕਰ ਸਕਦੇ ਹੋ। ਜੇਕਰ ਤੁਸੀਂ ਪੂਰਾ ਆਲੂ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ 15 ਤੋਂ ਲੈ ਕੇ 22.5 ਕੁਆਂਟਲ ਪਰ ਹੈਕਟੇਅਰ ਬੀਜ ਦੀ ਜ਼ਰੂਰਤ ਪੜੇਗੀ। ਜੇ ਤੁਸੀਂ ਕੱਟਿਆ ਹੋਇਆ ਆਲੂ ਯੂਜ਼ ਕਰੋਗੇ ਤਾਂ ਤੁਹਾਨੂੰ 15 ਤੋਂ ਲੈ ਕੇ 20 ਕੁਆਂਟਲ ਪਰ ਹੈਕਟੇਅਰ ਬੀਜ ਦੀ ਲੋੜ ਹੁੰਦੀ ਹੈ। ਅੱਗੇ ਹੈ ਸਾਡੇ ਕੋਲ ਨਰਸਰੀ ਬੈੱਡ ਪ੍ਰਿਪੇਰੇਸ਼ਨ ਐਂਡ ਸੀਡ ਸੋਇੰਗ, ਭਾਵ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦੇ ਲਈ ਜੋ ਵੀ ਸਾਨੂੰ ਜਗ੍ਹਾ ਦੀ ਤਿਆਰੀ ਕਰਨੀ ਪੈਂਦੀ ਹੈ ਉਸ ਨੂੰ ਅਸੀਂ ਨਰਸਰੀ ਬੈੱਡ ਪ੍ਰਿਪੇਰੇਸ਼ਨ ਕਿਹਾ ਜਾਂਦਾ ਹੈ। ਅਸੀਂ ਕੇਵਲ ਉਹਨਾਂ ਹੀ ਫਸਲਾਂ ਦੇ ਬੀਜਾਂ ਦੀ ਨਰਸਰੀ ਤਿਆਰ ਕਰਦੇ ਹਾਂ ਜਿਨ੍ਹਾਂ ਦੇ ਬੀਜ ਕਾਫੀ ਮਹਿੰਗੇ ਹੁੰਦੇ ਹਨ ਜਾਂ ਫਿਰ ਕਾਫੀ ਛੋਟੇ ਹੁੰਦੇ ਹਨ। ਸੋਲੋਨੇਸੀਆ ਫੈਮਿਲੀ, ਜਿਸ ਵਿੱਚ ਟਮਾਟਰ, ਬੈਂਗਣ, ਸ਼ਿਮਲਾ ਮਿਰਚ ਅਤੇ ਹਰੀ ਮਿਰਚ ਸ਼ਾਮਲ ਹੈ। ਇਸ ਤੋਂ ਬਿਨਾਂ ਬ੍ਰੈਸੀਕੇਸੀਆ ਜਾਂ ਫਿਰ ਕਰੂਸੀਫੈਰੀ ਫੈਮਿਲੀ, ਜਿਸ ਵਿੱਚ ਗੋਭੀ, ਪੱਤ ਗੋਭੀ, ਬਰੋਕਲੀ ਸ਼ਾਮਲ ਹਨ। ਅਸੀਂ ਇਹਨਾਂ ਦੀ ਪਨੀਰੀ ਤਿਆਰ ਕਰਦੇ ਹਾਂ ਕਿਉਂਕਿ ਇਹਨਾਂ ਦੇ ਬੀਜ ਕਾਫੀ ਛੋਟੇ ਹੁੰਦੇ ਹਨ ਅਤੇ ਕਾਫੀ ਮਹਿੰਗੇ ਹੁੰਦੇ ਹਨ, ਜਿਸ ਨੂੰ ਅਸੀਂ ਸਿੱਧਾ ਮੇਨ ਫੀਲਡ ਦੇ ਵਿੱਚ ਨਹੀਂ ਪੈਦਾ ਕਰ ਸਕਦੇ। ਇਸ ਲਈ ਸਾਨੂੰ ਛੋਟੀ ਜਗ੍ਹਾ ਦੇ ਵਿੱਚ, ਛੋਟੇ ਏਰੀਏ ਦੇ ਵਿੱਚ ਇਸ ਦੀ ਨਰਸਰੀ ਤਿਆਰ ਕਰਨੀ ਪੈਂਦੀ ਹੈ। ਨਰਸਰੀ ਏਰੀਆ ਜਾਂ ਨਰਸਰੀ ਬੈੱਡ ਇੱਕ ਬਹੁਤ ਹੀ ਛੋਟਾ ਏਰੀਆ ਹੁੰਦਾ ਹੈ ਜਿੱਥੇ ਅਸੀਂ ਫਸਲ ਦੇ ਹਿਸਾਬ ਦੇ ਨਾਲ ਉਸ ਨੂੰ ਪਾਣੀ ਦਿੰਦੇ ਹਾਂ, ਨਿਊਟਰੀਐਂਟ ਦਿੰਦੇ ਹਾਂ ਅਤੇ ਖਾਦਾਂ ਦਿੰਦੇ ਹਾਂ। ਨੈਕਸਟ ਹੈ ਸਾਡੇ ਕੋਲ ਬੈਨੀਫਿਟਸ ਆਫ ਨਰਸਰੀ ਬੈੱਡ, ਕਿ ਸਾਨੂੰ ਨਰਸਰੀ ਬੈੱਡ ਦੇ ਕੀ ਲਾਭ ਹਨ, ਕੀ ਫਾਇਦੇ ਹਨ। ਇਸ ਦੇ ਨਾਲ ਅਸੀਂ ਸਿਹਤਮੰਦ ਬੀਜ ਪੈਦਾ ਕਰ ਸਕਦੇ ਹਾਂ। ਇਸ ਤੋਂ ਬਿਨਾਂ ਅਸੀਂ ਇੱਕ ਬਹੁਤ ਹੀ ਛੋਟੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਪੌਦਿਆਂ ਦੀ ਦੇਖਭਾਲ ਕਰ ਸਕਦੇ ਹਾਂ। ਇਸ ਦੇ ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ। ਅੱਗੇ ਹੈ ਮਿੱਟੀ ਨੂੰ ਤਿਆਰ ਕਰਨਾ, ਪ੍ਰੀਪੇਅਰਿੰਗ ਦਾ ਸਾਈਟ ਫੋਰ ਸੀਡ ਬੈੱਡ। ਅਸੀਂ ਮਿੱਟੀ ਨੂੰ ਕਿਵੇਂ ਤਿਆਰ ਕਰਨਾ ਹੈ। ਸਭ ਤੋਂ ਪਹਿਲਾਂ ਜੋ ਮਿੱਟੀ ਹੈ ਉਸ ਦੀ ਚੰਗੀ ਕਿਸਮ ਹੋਣੀ ਚਾਹੀਦੀ ਹੈ, ਉਹ ਫਰਟਾਈਲ ਹੋਣੀ ਚਾਹੀਦੀ ਹੈ, ਉਹ ਚੰਗੀ ਤਰ੍ਹਾਂ ਵਾਹੀ ਹੋਈ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਸਾਰੇ ਹੀ ਨਿਊਟਰੀਐਂਟ ਪੈਦਾ ਹੋਣੇ ਚਾਹੀਦੇ ਹਨ।
ਨਰਸਰੀ ਵਾਲੀ ਜੋ ਮਿੱਟੀ ਹੈ ਉਹ ਚੰਗੀ ਤਰ੍ਹਾਂ ਸਟੈਰਾਈਲ ਹੋਣੀ ਚਾਹੀਦੀ ਹੈ। ਸਟੈਰਾਈਲ ਤੋਂ ਭਾਵ ਹੈ ਕਿ ਉਸ ਦੇ ਵਿੱਚ ਕੋਈ ਵੀ ਹਾਰਮਫੁਲ ਮਾਈਕਰੋ ਆਰਗੈਨਿਜ਼ਮ ਨਹੀਂ ਹੋਣੇ ਚਾਹੀਦੇ, ਜਾਂ ਉਸ ਵਿੱਚ ਕਿਸੇ ਵੀ ਕਿਸਮ ਦੀ ਪਹਿਲਾਂ ਬਿਮਾਰੀ ਨੇ ਅਟੈਕ ਨਾ ਕੀਤਾ ਹੋਵੇ। ਮਿੱਟੀ ਨੂੰ ਅਸੀਂ ਕਈ ਤਰੀਕਿਆਂ ਦੇ ਨਾਲ ਸਟੈਰਾਈਲ ਕਰ ਸਕਦੇ ਹਾਂ, ਭਾਵ ਕਿ ਅਸੀਂ ਮਿੱਟੀ ਨੂੰ ਕੁਦਰਤੀ ਰੂਪ ਵਿੱਚ ਜਾਂ ਫਿਰ ਕੈਮੀਕਲਾਂ ਦੀ ਵਰਤੋਂ ਕਰਕੇ ਅਸੀਂ ਇਸ ਨੂੰ ਸਟੈਰਾਈਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਹੈ ਕੈਮੀਕਲ ਮੈਥਡ। ਇਸ ਦੇ ਵਿੱਚ ਅਸੀਂ ਫਾਰਮੈਲਡੀਹਾਈਡ ਜਾਂ ਫਿਰ ਮਿਥਾਈਲ ਬਰੋਮਾਈਡ ਦਾ ਯੂਜ਼ ਕਰਦੇ ਹਾਂ। ਇਹਨਾਂ ਕੈਮੀਕਲਾਂ ਨੂੰ ਪਾਣੀ ਵਿੱਚ ਮਿਲਾ ਕੇ ਅਸੀਂ ਜ਼ਮੀਨ ਨੂੰ ਇਸੇ ਤਰ੍ਹਾਂ ਪੋਲੀਥੀਨ ਦੇ ਨਾਲ ਢੱਕ ਕੇ ਰੱਖਣਾ ਹੈ। ਇਸ ਦੇ ਨਾਲ ਜ਼ਮੀਨ ਦੇ ਵਿੱਚ ਪੈਦਾ ਹੋਏ ਹਾਨੀਕਾਰਕ ਸਾਰੇ ਕੀਟਾਣੂ ਮਰ ਜਾਂਦੇ ਹਨ। ਉਸ ਤੋਂ ਬਾਅਦ ਸਾਡੇ ਕੋਲ ਜੋ ਮੈਥਡ ਹੈ ਉਹ ਹੈ ਫਿਜ਼ੀਕਲ ਸਟੈਰਾਇਲਜ਼। ਇਸ ਵਿੱਚ ਅਸੀਂ ਮਿੱਟੀ ਨੂੰ ਟਰੈਕਟਰ ਦੇ ਨਾਲ ਡੂੰਘਾ ਵਾਹ ਕੇ ਛੱਡ ਦਿੰਦੇ ਹਾਂ ਅਤੇ ਸੂਰਜ ਦੀ ਰੋਸ਼ਨੀ ਦੇ ਵਿੱਚ ਜਦੋਂ ਟੈਂਪਰੇਚਰ 50 ਤੋਂ 55 ਡਿਗਰੀ ਸੈਲਸੀਅਸ ਹੋ ਜਾਂਦਾ ਹੈ ਤਾਂ 4-5 ਦਿਨਾਂ ਦੇ ਵਿੱਚ ਹਾਨੀਕਾਰਕ ਜੀਵਾਣੂ ਸਾਰੇ ਕੀਟਾਣੂ ਮਰ ਜਾਂਦੇ ਹਨ। ਇਸ ਤੋਂ ਬਿਨਾਂ ਅਸੀਂ ਗਰਮ ਪਾਣੀ ਦੀ ਵੀ ਵਰਤੋਂ ਕਰ ਸਕਦੇ ਹਾਂ ਜਾਂ ਫਿਰ ਗਰਮ ਭਾਪ ਦਾ ਵੀ ਵਰਤੋਂ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਹੈ ਸੀਡ ਟਰੀਟਮੈਂਟ। ਬੀਜ ਨੂੰ ਸੋਧਣਾ। ਸਾਨੂੰ ਪਤਾ ਹੈ ਕਿ ਬੀਜ ਨੂੰ ਅਸੀਂ ਲੰਮੇ ਸਮੇਂ ਦੇ ਲਈ ਪਹਿਲਾਂ ਪੈਕਿੰਗ ਕਰਕੇ ਰੱਖਦੇ ਹਾਂ ਜਾਂ ਉਸ ਨੂੰ ਸਾਂਭ ਕੇ ਰੱਖਦੇ ਹਾਂ, ਜਿਸ ਵਿੱਚ ਕਈ ਕਿਸਮ ਦੀਆਂ ਫੰਗੀਸਾਈਡ ਜਾਂ ਉੱਲੀਆਂ ਪੈਦਾ ਹੋ ਜਾਂਦੀਆਂ ਹਨ। ਉਸ ਤੋਂ ਸਾਨੂੰ ਅੱਗੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਅੱਗੇ ਇਸ ਤੋਂ ਕਾਫੀ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਤਾਂ ਸਾਨੂੰ ਬੀਜ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ। ਬੀਜ ਸੋਧਣ ਦੇ ਵੀ ਕਈ ਤਰੀਕੇ ਹਨ। ਸਭ ਤੋਂ ਪਹਿਲਾ ਜੋ ਤਰੀਕਾ ਹੈ ਉਹ ਹੈ ਹੌਟ ਵਾਟਰ ਟਰੀਟਮੈਂਟ। ਇਸ ਵਿੱਚ ਅਸੀਂ ਗਰਮ ਪਾਣੀ, ਜਿਸ ਦਾ ਟੈਂਪਰੇਚਰ 48 ਤੋਂ 55 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ, ਉਸ ਵਿੱਚ ਬੀਜ ਨੂੰ 10 ਤੋਂ ਲੈ ਕੇ 30 ਮਿੰਟ ਤੱਕ ਡੁਬੋ ਕੇ ਰੱਖਣਾ ਹੈ। ਉਸ ਤੋਂ ਬਾਅਦ ਸਾਡੇ ਕੋਲ ਜੋ ਤਰੀਕਾ ਹੈ ਉਹ ਹੈ ਕੈਮੀਕਲ ਟਰੀਟਮੈਂਟ, ਕਿ ਕੈਮੀਕਲ ਦਵਾਈਆਂ ਦੀ ਵਰਤੋਂ ਕਰਨੀ। ਇਸ ਵਿੱਚ ਸਾਡੇ ਕੋਲ ਫੰਗੀਸਾਈਡ ਆਉਂਦੇ ਹਨ, ਜਿਸ ਵਿੱਚ ਥਾਇਰਮ, ਕਪਤਾਨ, ਬੀਟਾਵੈਕਸ ਜਾਂ ਫਿਰ ਇਮਿਡਾ ਕਲੋਰੋਪਿਡ ਦੀ ਵਰਤੋਂ ਕਰ ਸਕਦੇ ਹਾਂ। ਅਸੀਂ 3 ਗ੍ਰਾਮ ਕੈਮੀਕਲ ਨੂੰ 1 ਕਿਲੋ ਬੀਜ ਦੇ ਨਾਲ ਸੋਧ ਸਕਦੇ ਹਾਂ। 1 ਕਿਲੋ ਬੀਜ ਦੇ ਵਿੱਚ ਅਸੀਂ 3 ਗ੍ਰਾਮ ਕੈਮੀਕਲ ਪਾਉਣਾ ਹੈ। ਉਸ ਤੋਂ ਬਾਅਦ ਜੋ ਸਾਡੇ ਕੋਲ ਤਰੀਕਾ ਹੈ ਉਹ ਹੈ ਬਾਇਓਲੋਜੀਕਲ ਸੀਡ ਟਰੀਟਮੈਂਟ। ਇਸ ਵਿੱਚ ਅਸੀਂ ਬਾਇਓਲੋਜੀਕਲ ਸੀਡ ਟਰੀਟਮੈਂਟ ਦਿੰਦੇ ਹਾਂ, ਜਿਸ ਵਿੱਚ ਅਸੀਂ ਟਰਾਈਕੋਡਰਮਾ ਦਾ ਵਰਤੋਂ ਕਰਦੇ ਹਾਂ। ਇਹ ਜੈਵਿਕ ਏਜੰਟ ਹੁੰਦੇ ਹਨ। ਉਸ ਤੋਂ ਬਾਅਦ ਸਾਡੇ ਕੋਲ ਹੈ ਸੋਇੰਗ ਔਨ ਸੀਡ ਬੈਡ, ਕਿ ਜੋ ਸੀਡ ਬੈਡ ਹੈ ਉਸ ਉੱਤੇ ਅਸੀਂ ਬੀਜ ਨੂੰ ਕਿਸ ਤਰੀਕੇ ਦੇ ਨਾਲ ਬੀਜਣਾ ਹੈ ਜਾਂ ਸੋਇੰਗ ਕਰਨੀ ਹੈ। ਉਸ ਤੋਂ ਪਹਿਲਾਂ ਸਾਡੇ ਕੋਲ ਹੈ ਲਾਈਨ ਸੋਇੰਗ। ਲਾਈਨ ਸੋਇੰਗ ਦੇ ਵਿੱਚ ਅਸੀਂ ਇੱਕ ਛੋਟੀ ਜਿਹੀ ਬਰੀਕ ਡੰਡੀ ਲੈਣੀ ਹੈ ਜਾਂ ਫਿਰ ਆਪਦੀ ਉਂਗਲ ਦੇ ਨਾਲ ਇੱਕ ਤੁਸੀਂ ਲਾਈਨ ਖਿੱਚ ਦੇਣੀ ਹੈ। ਉਸ ਵਿੱਚ ਤੁਸੀਂ 1.5 ਤੋਂ ਲੈ ਕੇ 2 ਸੈਂਟੀਮੀਟਰ ਦੀ ਡੈਪਥ ਜਾਂ ਡੂੰਘਾਈ ਦੇ ਵਿੱਚ ਬੀਜ ਰੱਖਣਾ ਹੈ। ਬੀਜ ਦੇ ਵਿੱਚ ਜੋ ਇੱਕ ਬੀਜ ਤੋਂ ਦੂਜੇ ਬੀਜ ਦਾ ਜੋ ਡਿਫਰੈਂਸ ਹੈ, ਜੋ ਫਾਸਲਾ ਹੈ, ਉਹ ਤੁਸੀਂ 5 ਤੋਂ ਲੈ ਕੇ 7 ਸੈਂਟੀਮੀਟਰ ਤੱਕ ਰੱਖਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਜੋ ਲਾਈਨ ਖਿੱਚੀ ਹੈ ਜਾਂ ਬੀਜ ਹੈ ਉਸ ਨੂੰ ਮਿੱਟੀ ਦੇ ਨਾਲ ਢੱਕ ਦੇਣਾ ਹੈ। ਉਸ ਤੋਂ ਬਾਅਦ ਸਾਡੇ ਕੋਲ ਇੱਕ ਤਰੀਕਾ ਹੈ ਬਰੋਡਕਾਸਟਿੰਗ ਜਾਂ ਫਿਰ ਛਿੜਕਾਅ ਦਾ ਤਰੀਕਾ। ਛਿੜਕਾਅ ਦੇ ਵਿੱਚ ਅਸੀਂ ਆਪਣੇ ਹੱਥ ਦੇ ਵਿੱਚ ਬੀਜ ਨੂੰ ਲੈ ਕੇ ਜੋ ਵੀ ਅਸੀਂ ਕਿਆਰੀ ਤਿਆਰ ਕੀਤੀ ਹੈ ਉਸ ਵਿੱਚ ਛਿੱਟਾ ਦੇਣਾ ਹੈ। ਛਿੱਟਾ ਦੇਣ ਤੋਂ ਬਾਅਦ ਤੁਸੀਂ ਉਸ ਵਿੱਚ ਤੰਗਲੀ ਵਗੈਰਾ ਫੇਰ ਸਕਦੇ ਹੋ ਅਤੇ ਉਸ ਨੂੰ ਮਿੱਟੀ ਦੇ ਨਾਲ ਥੋੜ੍ਹਾ ਥੋੜ੍ਹਾ ਢੱਕ ਕੇ ਲਾਈਟ ਇਰੀਗੇਸ਼ਨ, ਹਲਕਾ ਪਾਣੀ ਦੇਣਾ ਹੈ। ਉਸ ਤੋਂ ਬਾਅਦ ਸਾਡੇ ਕੋਲ ਇੱਕ ਤਰੀਕਾ ਹੈ ਸੀਡ ਸੋਇੰਗ ਇਨ ਪ੍ਰੋ ਟਰੇਜ਼। ਇਹ ਸਾਡੇ ਕੋਲ ਇੱਕ ਪਲਾਸਟਿਕ ਦੀਆਂ ਟਰੇਆਂ ਹੁੰਦੀਆਂ ਹਨ, ਜਿਸ ਦੇ ਵਿੱਚ ਅਸੀਂ ਬੀਜ ਨੂੰ ਪੈਦਾ ਕਰ ਸਕਦੇ ਹਾਂ। ਬੀਜ ਤੋਂ ਨਰਸਰੀ ਪਲਾਂਟ ਪੈਦਾ ਕਰ ਸਕਦੇ ਹਾਂ। ਇਸ ਵਿੱਚ ਜ਼ਿਆਦਾਤਰ ਕਿਸਾਨ ਹਨ ਜੋ ਉਹ ਕੋਕੋਪੀਟ ਦਾ ਭਾਵ ਨਾਰੀਅਲ ਦਾ ਜੋ ਬੂਰਾ ਹੁੰਦਾ ਹੈ ਜਾਂ ਫਿਰ ਨਿੰਮ ਕੇਕ, ਜੋ ਨਿੰਮ ਦਾ ਜੋ ਬਚਿਆ ਹੋਇਆ ਕੇਕ ਹੁੰਦਾ ਹੈ, ਉਸ ਦੀ ਵਰਤੋਂ ਕਰਦੇ ਹਨ। ਉਸ ਤੋਂ ਬਾਅਦ ਸਾਡੇ ਕੋਲ ਹੈ ਫੈਕਟਰ ਅਫੈਕਟਿੰਗ ਸੀਡ ਜਰਮੀਨੇਸ਼ਨ, ਕਿ ਕਿਹੜੇ ਇਹੋ ਜਿਹੇ ਫੈਕਟਰ ਹਨ ਜੋ ਕਿ ਬੀਜ ਦੀ ਪੈਦਾਵਾਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਾਂ ਇਫੈਕਟ ਕਰਦੇ ਹਨ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਟੈਂਪਰੇਚਰ। ਸਾਡੇ ਕੋਲ ਸਹੀ ਟੈਂਪਰੇਚਰ ਹੋਣਾ ਚਾਹੀਦਾ ਹੈ। ਜਿੰਨਾ ਸਹੀ ਟੈਂਪਰੇਚਰ ਹੋਊਗਾ ਉਨਾ ਹੀ ਚੰਗਾ ਬੀਜ ਫੁੱਟੇਗਾ, ਉਨਾ ਹੀ ਚੰਗਾ ਬੀਜ ਦੇ ਵਿੱਚੋਂ ਰੈਡੀਕਲ ਅਤੇ ਪਲਿਊਮਲ ਭਾਗ ਨਿਕਲਣਗੇ। ਉਸ ਤੋਂ ਬਾਅਦ ਹੈ ਸਾਡੇ ਕੋਲ ਮੋਇਸਚਰ। ਸਹੀ ਅਮਾਊਂਟ ਦੇ ਵਿੱਚ ਉਸ ਵਿੱਚ ਨਮੀ ਹੋਣੀ ਚਾਹੀਦੀ ਹੈ। ਸਾਨੂੰ ਜੋ ਪਾਣੀ ਹੈ ਉਹ ਸਹੀ ਮਾਤਰਾ ਦੇ ਵਿੱਚ ਲਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਜੋ ਤੀਜਾ ਪੁਆਇੰਟ ਹੈ ਉਹ ਹੈ ਸੋਇੰਗ ਟਾਈਮ, ਬਿਜਾਈ ਦਾ ਸਮਾਂ। ਜੋ ਬਿਜਾਈ ਦਾ ਸਮਾਂ ਹੈ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਬੀਜ ਨੂੰ ਉਸ ਦੇ ਬਿਜਾਈ ਦੇ ਸਮੇਂ ਤੋਂ ਅਗੇਤਾ ਜਾਂ ਪਛੇਤਾ ਬੀਜੋਗੇ ਤਾਂ ਤੁਹਾਨੂੰ ਉਨਾ ਲਾਹਾ ਨਹੀਂ ਮਿਲ ਸਕਦਾ।
ਉਸ ਤੋਂ ਬਾਅਦ ਸਾਡੇ ਕੋਲ ਹੈ ਡੈਪਥ ਆਫ ਸੋਇੰਗ। ਬੀਜ ਦੀ ਡੂੰਘਾਈ ਹੈ ਜੋ ਉਹ 2 ਸੈਂਟੀਮੀਟਰ ਤੱਕ ਹੋਣੀ ਚਾਹੀਦੀ ਹੈ, ਕਿਉਂਕਿ ਵੀ ਜੋ ਬੀਜ ਹੁੰਦਾ ਹੈ ਉਹ ਕਾਫੀ ਬਰੀਕ ਹੁੰਦਾ ਹੈ ਅਤੇ ਕਾਫੀ ਕੋਮਲ ਹੁੰਦਾ ਹੈ। ਜੇਕਰ ਤੁਸੀਂ ਜ਼ਿਆਦਾ ਡੂੰਘਾ ਉਸ ਨੂੰ ਬੀਜ ਦਿਓਗੇ ਤਾਂ ਉਸ ਨੂੰ ਫੁੱਟਣ ਦੇ ਵਿੱਚ ਕਾਫੀ ਦੇਰ ਹੋ ਸਕਦੀ ਹੈ। ਜੇ ਉਸ ਨੂੰ ਤੁਸੀਂ ਕਾਫੀ ਉੱਪਰ ਹੀ ਰੱਖੋਗੇ ਤਾਂ ਉਹ ਬਾਹਰ ਹੀ ਰਹਿ ਜਾਏਗਾ, ਪਾਣੀ ਦੇ ਨਾਲ ਇਕੱਠਾ ਹੋ ਜਾਵੇਗਾ ਅਤੇ ਉਹ ਚੰਗੀ ਤਰ੍ਹਾਂ ਜਰਮੀਨੇਟ ਨਹੀਂ ਹੋ ਸਕਦਾ। ਉਸ ਤੋਂ ਬਾਅਦ ਸਾਡੇ ਕੋਲ ਹੈ ਇਰੀਗੇਸ਼ਨ। ਪਾਣੀ ਹੈ ਜੋ ਸ਼ੁਰੂ ਦੇ ਵਿੱਚ ਸਾਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਲਾਉਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ੁਰੂ ਦੇ ਵਿੱਚ ਹੀ ਕਾਫੀ ਵੱਧ ਮਾਤਰਾ ਦੇ ਵਿੱਚ ਪਾਣੀ ਲਗਾ ਦੇਵੋਗੇ ਤਾਂ ਸਾਡਾ ਜੋ ਬੀਜ ਹੈ ਉਹ ਖਰਾਬ ਹੋ ਸਕਦਾ ਹੈ। ਪਹਿਲਾਂ ਅਸੀਂ ਲਾਈਟ ਇਰੀਗੇਸ਼ਨ ਦੇਣੀ ਹੈ, ਉਸ ਤੋਂ ਬਾਅਦ ਤੁਸੀਂ ਪਾਣੀ 4 ਜਾਂ 5 ਦਿਨ ਦੇ ਬਾਅਦ ਕੰਟੀਨਿਊ ਲਾਉਂਦੇ ਰਹੋ। ਨਰਸਰੀ ਬੈੱਡ ਦੇ ਉੱਤੇ ਸਲਾਬ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈ ਸੀਡ ਡੋਰਮੈਂਸੀ ਸਾਡੇ ਕੋਲ ਖੇਤੀਬਾੜੀ ਦੇ ਵਿੱਚ ਇੱਕ ਟਰਮ ਹੈ ਜਿਸ ਦੇ ਵਿੱਚ ਜੋ ਸਾਡਾ ਬੀਜ ਹੈ ਉਹ ਚੰਗੀ ਤਰ੍ਹਾਂ ਗਰੋ ਨਹੀਂ ਹੋ ਸਕਦਾ। ਭਾਵੇਂ ਤੁਸੀਂ ਚੰਗੀ ਤਰ੍ਹਾਂ ਉਸ ਵਿੱਚ ਖਾਦਾਂ ਮਿਲਾ ਰਹੇ ਹੋ, ਪਾਣੀ ਦੇ ਰਹੇ ਹੋ, ਸੂਰਜ ਦੀ ਰੋਸ਼ਨੀ ਮਿਲ ਰਹੀ ਹੈ ਬੀਜ ਨੂੰ, ਪਰ ਫਿਰ ਵੀ ਜੋ ਸਾਡਾ ਜੋ ਬੀਜ ਹੈ ਉਹ ਚੰਗੀ ਤਰ੍ਹਾਂ ਗਰੋ ਨਹੀਂ ਹੁੰਦਾ, ਜਿਸ ਨੂੰ ਤੁਸੀਂ ਕੰਟਰੋਲ ਕਰਨ ਦੇ ਲਈ ਗਿਬਰਲਿਨ ਦਾ ਸੋਲੂਸ਼ਨ ਦੀ ਵਰਤੋਂ ਕਰ ਸਕਦੇ ਹੋ। ਉਸ ਤੋਂ ਬਾਅਦ ਸਾਡੇ ਕੋਲ ਹੈ ਸੀਡ ਪੈਸਟ। ਜੋ ਪੈਸਟ ਹੁੰਦੇ ਹਨ ਇਹ ਹੁੰਦੇ ਹਨ ਕੀੜੇ ਮਕੌੜੇ, ਜੋ ਵੀ ਸਾਡੇ ਜੋ ਬੀਜ ਹੈ ਜਾਂ ਜੋ ਸਾਡੀ ਫਸਲ ਹੈ ਉਸ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਉਸ ਨੂੰ ਜਾਂ ਤਾਂ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨੂੰ ਚੂਇੰਗ ਟਾਈਪ ਕਿਹਾ ਜਾਂਦਾ ਹੈ, ਜਾਂ ਫਿਰ ਉਹਨਾਂ ਦੇ ਵਿੱਚੋਂ ਸੈਪ ਭਾਵ ਉਸ ਵਿੱਚੋਂ ਰਸ ਚੂਸ ਲੈਂਦੇ ਹਨ, ਜਿਵੇਂ ਕਿ ਤੇਲਾ। ਅਸੀਂ ਇਹਨਾਂ ਜੋ ਇਹ ਸੀਡ ਪੈਸਟ ਹਨ ਅਸੀਂ ਇਹਨਾਂ ਦਾ ਕਈ ਤਰੀਕਿਆਂ ਦੇ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ, ਜਿਵੇਂ ਕਿ ਅਸੀਂ ਕੈਮੀਕਲ ਦੀ ਸਪਰੇਅ ਕਰ ਸਕਦੇ ਹਾਂ, ਜਾਂ ਫਿਰ ਸਾਡੇ ਕੋਲ ਇਸ ਤੋਂ ਬਿਨਾਂ ਹੋਰ ਕਾਫੀ ਟਰੈਪ ਹੁੰਦੇ ਹਨ, ਜਿਵੇਂ ਕਿ ਲਾਈਟ ਟਰੈਪ ਜੋ ਕਿ ਰੋਸ਼ਨੀ ਦੇ ਨਾਲ ਖਿੱਚੇ ਜਾਂਦੇ ਹਨ। ਇਸ ਤੋਂ ਬਿਨਾਂ ਸਾਡੇ ਕੋਲ ਫਿਰਾਮੋਨ ਟਰੈਪ ਅਤੇ ਫਰੂਟ ਫਲਾਈ ਟਰੈਪ ਜੋ ਕਿ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਤਿਆਰ ਕੀਤੇ ਗਏ ਹਨ, ਅਸੀਂ ਉਹਨਾਂ ਨਾਲ ਵੀ ਇਹਨਾਂ ਦਾ ਕੰਟਰੋਲ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਹੈ ਸੀਡ ਡਿਸੀਜ਼, ਮਤਲਬ ਕਿ ਬਿਮਾਰੀਆਂ ਜੋ ਵੀ ਇਹਨਾਂ ਫਸਲਾਂ ਨੂੰ ਲੱਗਦੀਆਂ ਹਨ। ਸੋਲੋਨੇਸੀਆ ਫੈਮਿਲੀ ਹੈ ਜੋ ਉਸ ਵਿੱਚ ਅਸੀਂ ਪੜ੍ਹ ਹੀ ਚੁੱਕੇ ਹਾਂ, ਜਿਵੇਂ ਕਿ ਟਮਾਟਰ, ਬੈਂਗਣ, ਚਿੱਲੀ ਅਤੇ ਪਟੈਟੋ ਫਸਲਾਂ ਹਨ। ਇਹਨਾਂ ਦੇ ਅਲੱਗ-ਅਲੱਗ ਆਪਦੇ ਬਿਮਾਰੀਆਂ ਲੱਗਦੀਆਂ ਹਨ। ਇਹਨਾਂ ਬਿਮਾਰੀਆਂ ਦੀ ਰੋਕਥਾਮ ਵੀ ਅਸੀਂ ਕੈਮੀਕਲ ਦੀ ਵਰਤੋਂ ਕਰਕੇ ਕਰ ਸਕਦੇ ਹਾਂ। ਨਰਸਰੀ ਦੇ ਜਿੱਥੇ ਸਾਨੂੰ ਫਾਇਦੇ ਹਨ ਉੱਥੇ ਹੀ ਕਾਫੀ ਨੁਕਸਾਨ ਵੀ ਹਨ। ਸਾਨੂੰ ਨਰਸਰੀ ਏਰੀਏ ਦਾ ਘੱਟ ਧਿਆਨ ਰੱਖਣਾ ਪੈਂਦਾ ਹੈ। ਇਸ ਤੋਂ ਬਿਨਾਂ ਅਸੀਂ ਜੋ ਮਹਿੰਗੇ ਸਾਡੇ ਕੋਲ ਬੀਜ ਹੁੰਦੇ ਹਨ ਉਸ ਨੂੰ ਨਰਸਰੀ ਵਿੱਚ ਚੰਗੀ ਦੇਖ ਰੇਖ ਦੇ ਵਿੱਚ ਪੈਦਾ ਕਰ ਸਕਦੇ ਹਾਂ। ਇਸ ਤੋਂ ਬਿਨਾਂ ਅਸੀਂ ਚੰਗੇ ਸਿਹਤਮੰਦ ਬੀਜਾਂ ਨੂੰ ਚੁਣ ਕੇ ਲਗਾ ਸਕਦੇ ਹਾਂ, ਅਤੇ ਜੋ ਘਟੀਆ ਕਿਸਮ ਦੇ ਜੋ ਪੌਦੇ ਹੁੰਦੇ ਹਨ ਅਸੀਂ ਉਹਨਾਂ ਨੂੰ ਡਿਸਕਾਰਡ ਕਰ ਸਕਦੇ ਹਾਂ, ਭਾਵ ਉਹਨਾਂ ਨੂੰ ਨਹੀਂ ਅਸੀਂ ਵਰਤੋਂ ਵਿੱਚ ਲਿਆ ਸਕਦੇ। ਇਸ ਤੋਂ ਬਿਨਾਂ ਇਹ ਪਿੰਡ ਦੇ ਲੋਕਾਂ ਨੂੰ ਇੰਪਲੋਇਮੈਂਟ ਮਤਲਬ ਕਿ ਰੁਜ਼ਗਾਰ ਵੀ ਦਿੰਦਾ ਹੈ। ਇਸ ਦੇ ਕਈ ਵਾਰ ਸਾਨੂੰ ਨੁਕਸਾਨ ਵੀ ਹੋ ਜਾਂਦੇ ਹਨ। ਜੇਕਰ ਅਸੀਂ ਚੰਗੀ ਤਰ੍ਹਾਂ ਇਸ ਦੀ ਦੇਖ ਰੇਖ ਨਹੀਂ ਕਰ ਸਕਦੇ ਤਾਂ ਸਾਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਜੇਕਰ ਸਾਡੀ ਮਿੱਟੀ ਚੰਗੀ ਨਹੀਂ ਹੈ ਤਾਂ ਉਸ ਵਿੱਚ ਸੋਇਲ ਬੋਰਨ ਡਿਸੀਜ਼ ਜੋ ਮਿੱਟੀ ਦੇ ਵਿੱਚੋਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਹ ਹੋ ਸਕਦੀਆਂ ਹਨ। ਇਸ ਤੋਂ ਬਿਨਾਂ ਪਾਣੀ ਦੀ ਮਾਰ ਦੇ ਕਰਕੇ ਸਾਡੀ ਨਰਸਰੀ ਕਈ ਵਾਰ ਖਰਾਬ ਹੋ ਸਕਦੀ ਹੈ। ਕਹਿਣ ਦਾ ਭਾਵ ਕਿ ਸਾਨੂੰ ਨਰਸਰੀ ਜੋ ਏਰੀਆ ਹੈ ਉਸ ਦਾ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਕਈ ਲੋਕਾਂ ਨੇ ਨਰਸਰੀ ਦੀ ਪੈਦਾਵਾਰ ਕਰਕੇ ਆਪਣੇ ਆਪ ਨੂੰ ਇੱਕ ਰੁਜ਼ਗਾਰ ਵੀ ਦਿੱਤਾ ਹੋਇਆ ਹੈ, ਜਿਸ ਤੋਂ ਉਹ ਕਮਾਈ ਕਰ ਸਕਦੇ ਹਾਂ। ਬੱਚਿਓ, ਅਸੀਂ ਅੱਜ ਇਸ ਟੌਪਿਕ ਦੇ ਵਿੱਚ ਪੜ੍ਹਿਆ ਹੈ ਕਿ ਨਰਸਰੀ ਕੀ ਹੁੰਦੀ ਹੈ, ਬੀਜ ਕੀ ਹੁੰਦਾ ਹੈ, ਅਤੇ ਇਸ ਤੋਂ ਬਿਨਾਂ ਅਸੀਂ ਸੋਲੋਨੇਸੀਆ ਫੈਮਿਲੀ ਦੇ ਬੀਜਾਂ ਦਾ ਸੀਡ ਰੇਟ ਅਤੇ ਉਹਨਾਂ ਦੀਆਂ ਕਿਸਮਾਂ ਪੜ੍ਹੀਆਂ ਹਨ। ਥੈਂਕ ਯੂ, ਧੰਨਵਾਦ ਜੀ।